ਬਹੁਤ ਹੀ ਸਤਿਕਾਰਯੋਗ ਸਾਥੀਓ, ਪੀਆਰਓ ਡੈਰੀ ਇਲੈਕਸ਼ਨ ਵਿੱਚ ਇੱਕ ਬਹੁਤ ਹੀ ਇੰਪੋਰਟੈਂਟ ਡਾਕੂਮੈਂਟ ਹੈ ਅਤੇ ਅੱਜ ਦੀ ਵੀਡੀਓ ਵਿੱਚ ਆਪਾਂ ਦੇਖਾਂਗੇ ਕਿ ਪੀਆਰਓ ਡੈਰੀ ਨੂੰ ਆਪਾਂ ਕਿਸ ਤਰ੍ਹਾਂ ਭਰਨਾ ਹੈ। ਇਸ ਨੂੰ ਬਹੁਤ ਹੀ ਧਿਆਨ ਨਾਲ ਭਰਿਆ ਜਾਵੇ ਕਿਉਂਕਿ ਵੋਟਿੰਗ ਦਾ ਸਾਰਾ ਰਿਕਾਰਡ ਪੀਆਰਓ ਡੈਰੀ ਵਿੱਚ ਲਿਖਿਆ ਜਾਂਦਾ ਹੈ। ਇਲੈਕਸ਼ਨ ਸਮੇਂ ਕਿਹੜਾ ਸਮਾਨ ਤੁਹਾਨੂੰ ਮਿਲਿਆ, ਕਿਹੜਾ ਸਮਾਨ ਵਰਤਿਆ ਗਿਆ ਅਤੇ ਕਿਹੜਾ ਸਮਾਨ ਅਣਵਰਤਿਆ ਰਹਿ ਗਿਆ। ਇਲੈਕਸ਼ਨ ਕਿਸ ਤਰ੍ਹਾਂ ਹੋਏ, ਵੋਟਿੰਗ ਸਮੇਂ ਬੂਥ 'ਤੇ ਕੋਈ ਪ੍ਰੋਬਲਮ ਤਾਂ ਨਹੀਂ ਆਈ, ਕਿਸੇ ਸਮੇਂ ਦੌਰਾਨ ਵੋਟਿੰਗ ਰੋਕੀ ਤਾਂ ਨਹੀਂ ਗਈ, ਕਿਸੇ ਸ਼ਰਾਰਤੀ ਅਨਸਰ ਵੱਲੋਂ ਮਸ਼ੀਨਾਂ ਨਾਲ ਛੇੜਛਾਣੀ ਤਾਂ ਨਹੀਂ ਕੀਤੀ ਗਈ, ਆਦਿ ਸਾਰੀਆਂ ਘਟਨਾਵਾਂ ਪੀਆਰਓ ਡੈਰੀ ਜੋ ਹੈ ਉਸ ਵਿੱਚ ਦਰਜ ਹੁੰਦੀਆਂ ਹਨ। ਪ੍ਰੈਜ਼ਾਈਡਿੰਗ ਆਫੀਸਰ ਦੁਆਰਾ ਲਿਖੀ ਗਈ ਪੀਆਰਓ ਡੈਰੀ ਨੂੰ ਪੜ੍ਹ ਕੇ ਹੀ ਇਲੈਕਸ਼ਨ ਕਮਿਸ਼ਨ ਇਹ ਤੈਅ ਕਰਦਾ ਹੈ ਕਿ ਇਸ ਬੂਥ 'ਤੇ ਦੁਬਾਰਾ ਵੋਟਿੰਗ ਕਰਾਉਣੀ ਹੈ ਜਾਂ ਨਹੀਂ। ਇਸ ਲਈ ਪੀਆਰਓ ਡੈਰੀ ਨੂੰ ਬਹੁਤ ਹੀ ਧਿਆਨ ਨਾਲ ਭਰਿਆ ਜਾਵੇ। ਸਾਥੀਓ, ਪੀਆਰਓ ਡੈਰੀ ਦੀਆਂ ਘੱਟੋ ਘੱਟ 4 ਕਾਪੀਆਂ ਤਿਆਰ ਕਰ ਲਈਆਂ ਜਾਣ, ਇੱਕ ਕਾਪੀ ਆਪਣੇ ਕੋਲ ਵੀ ਰੱਖੀ ਜਾਵੇ। ਸਾਥੀਓ, ਪੀਆਰਓ ਡੈਰੀ ਦਾ ਕੁਝ ਪਾਰਟ ਤੁਸੀਂ ਇਲੈਕਸ਼ਨ ਖਤਮ ਹੋਣ ਤੋਂ ਪਹਿਲਾਂ ਵੀ ਭਰ ਸਕਦੇ ਹੋ ਅਤੇ ਕੁਝ ਪਾਰਟ ਇਸ ਤਰ੍ਹਾਂ ਦਾ ਹੈ ਜੋ ਕਿ ਇਲੈਕਸ਼ਨ ਖਤਮ ਹੋਣ ਤੋਂ ਬਾਅਦ ਹੀ ਭਰਿਆ ਜਾ ਸਕਦਾ ਹੈ। ਇਸ ਲਈ ਜੋ ਕਾਲਮ ਪਹਿਲੇ ਭਰੇ ਜਾ ਸਕਦੇ ਹਨ ਉਹਨਾਂ ਨੂੰ ਭਰ ਲਿਆ ਜਾਵੇ ਤਾਂ ਜੋ ਇਲੈਕਸ਼ਨ ਖਤਮ ਹੋਣ 'ਤੇ ਤੁਹਾਡਾ ਟਾਈਮ ਬਚ ਸਕੇ। ਅਤੇ ਆਓ ਹੁਣ ਆਪਾਂ ਦੇਖਦੇ ਹਾਂ ਕਿ ਪੀਆਰਓ ਡੈਰੀ ਨੂੰ ਆਪਾਂ ਕਿਸ ਤਰ੍ਹਾਂ ਭਰਨਾ ਹੈ ਜੀ। ਆਓ ਸਾਥੀਓ, ਹੁਣ ਦੇਖਦੇ ਹਾਂ ਕਿ ਪ੍ਰੈਜ਼ਾਈਡਿੰਗ ਆਫੀਸਰ ਡੈਰੀ ਨੂੰ ਆਪਾਂ ਕਿਸ ਤਰ੍ਹਾਂ ਭਰਨਾ ਹੈ ਜੀ। ਸਭ ਤੋਂ ਪਹਿਲਾਂ ਇੱਕ ਡਿਸਟਿੰਗੁਇਸ਼ ਮਾਰਕ ਵਾਲੀ ਜੋ ਮੋਹਰ ਹੈ ਉਹ ਮੋਹਰ ਆਪਾਂ ਉੱਪਰ ਲਗਾ ਦੇਣੀ ਹੈ ਜੀ। ਉਸ ਤੋਂ ਬਾਅਦ ਪਹਿਲੇ ਨੰਬਰ 'ਤੇ ਦੇਖੋ ਆਪਣੇ ਕੋਲ ਕੀ ਲਿਖਿਆ ਹੋਇਆ ਜੀ, ਨੇਮ ਆਫ ਦਾ ਕੰਸਟੀਟੂਐਂਸੀ ਇਨ ਬਲੋਕ ਲੈਟਰ। ਇੱਥੇ ਕੀ ਲਿਖਣਾ ਹੈ, ਉਹ ਵਿਧਾਨ ਸਭਾ ਹਲਕੇ ਦਾ ਨੰਬਰ ਅਤੇ ਨਾਮ ਲਿਖਣਾ ਹੈ ਜਿਸ ਵਿੱਚ ਤੁਹਾਡੀ ਡਿਊਟੀ ਲੱਗੀ ਹੋਈ ਹੈ। ਅਤੇ ਆਓ ਪਹਿਲਾਂ ਹਲਕੇ ਦਾ ਨੰਬਰ ਅਤੇ ਨਾਮ ਆਪਾਂ ਲਿਖ ਲੈਂਦੇ ਹਾਂ ਜੀ। ਨੈਕਸਟ ਆਪਣੇ ਕੋਲ ਹੈ ਜੀ ਡੇਟ ਆਫ ਪੋਲ। ਡੇਟ ਆਫ ਪੋਲ ਵਿੱਚ ਆਪਾਂ ਉਹ ਡੇਟ ਲਿਖਣੀ ਹੈ ਜਿਸ ਦਿਨ ਵੋਟਿੰਗ ਹੋ ਰਹੀ ਹੈ ਅਤੇ ਇਸ ਦਾ ਫਾਰਮੈਟ ਤੁਹਾਨੂੰ ਨਜ਼ਰ ਆ ਰਿਹਾ ਹੈ। ਪਹਿਲਾਂ ਡੇਟ ਲਿਖਣੀ ਹੈ, ਫਿਰ ਮੰਥ ਲਿਖਣਾ ਹੈ ਅਤੇ ਫਿਰ ਆਪਾਂ ਈਅਰ ਲਿਖਣਾ ਹੈ ਜੀ। ਨੈਕਸਟ ਆਪਣੇ ਕੋਲ ਹੈ ਜੀ ਨੰਬਰ ਐਂਡ ਨੇਮ ਆਫ ਦਾ ਪੋਲਿੰਗ ਸਟੇਸ਼ਨ। ਅਤੇ ਇੱਥੇ ਆਪਾਂ ਲਿਖ ਦੇਣਾ ਹੈ ਪੋਲਿੰਗ ਸਟੇਸ਼ਨ ਦਾ ਨੰਬਰ ਅਤੇ ਨਾਲ ਉਸਦਾ ਨੇਮ। ਅਤੇ ਨੀਚੇ ਦੇਖੋ ਆਪਣੇ ਕੋਲ ਹੈ ਵੇਅਰ ਲੋਕੇਟਡ ਇਨ, ਇਹ ਜੋ ਪੋਲਿੰਗ ਸਟੇਸ਼ਨ ਹੈ ਉਹ ਕਿੱਥੇ ਸਥਿਤ ਹੈ। ਨੀਚੇ 3 ਆਪਸ਼ਨ ਦਿੱਤੀਆਂ ਹੋਈਆਂ ਹਨ, ਗਵਰਨਮੈਂਟ, ਪ੍ਰਾਈਵੇਟ ਬਿਲਡਿੰਗ ਜਾਂ ਟੈਂਪਰੇਰੀ ਸਟਰਕਚਰ। ਅਤੇ ਇਹ ਜਿੱਥੇ ਮੈਂ ਵੋਟਿੰਗ ਕਰਵਾ ਰਿਹਾ ਹਾਂ ਇਹ ਇੱਕ ਗੌਰਮੈਂਟ ਬਿਲਡਿੰਗ ਹੈ, ਇਸ ਲਈ ਇੱਥੇ ਆਪਾਂ ਗੌਰਮੈਂਟ ਬਿਲਡਿੰਗ 'ਤੇ ਟਿਕ ਕਰਕੇ ਅੱਗੇ ਆਪਾਂ ਲਿਖ ਦੇਣਾ ਹੈ ਗੌਰਮੈਂਟ ਬਿਲਡਿੰਗ। ਨੈਕਸਟ ਚੌਥੇ ਨੰਬਰ 'ਤੇ ਆਪਣਾ ਕੋਲ ਹੈ ਜੀ ਨੰਬਰ ਆਫ ਪੋਲਿੰਗ ਆਫੀਸਰਸ ਰਿਕਰੂਟਡ ਲੋਕਲੀ ਇਫ ਐਨੀ। ਜੇਕਰ ਲੋਕਲੀ ਕੋਈ ਪੋਲਿੰਗ ਆਫੀਸਰ ਰਿਕਰੂਟ ਕੀਤਾ ਗਿਆ ਹੈ ਕਿਸੇ ਵੀ ਕਾਰਨ ਜਿਵੇਂ ਕਿ ਪੋਲਿੰਗ ਸਟੇਸ਼ਨ 'ਤੇ ਭੀੜ ਜ਼ਿਆਦਾ ਹੋਣ ਕਾਰਨ ਜਾਂ ਪੋਲਿੰਗ ਆਫੀਸਰ ਦੀ ਜੋ ਤਬੀਅਤ ਹੈ ਉਹ ਅਚਾਨਕ ਕਿਸੇ ਦੀ ਖਰਾਬ ਹੋ ਗਈ ਹੈ, ਇਸ ਤਰ੍ਹਾਂ ਜੇਕਰ ਆਪਾਂ ਕੋਈ ਪੋਲਿੰਗ ਆਫੀਸਰ ਲੋਕਲੀ ਰਿਕਰੂਟ ਕੀਤਾ ਹੈ ਤਾਂ ਇੱਥੇ ਕਿੰਨੇ ਪੋਲਿੰਗ ਆਫੀਸਰ ਲਗਾਏ ਹਨ ਉਹਨਾਂ ਦਾ ਨੰਬਰ ਲਿਖਣਾ ਹੈ। ਅਤੇ ਜੇਕਰ ਕੋਈ ਵੀ ਪੋਲਿੰਗ ਆਫੀਸਰ ਇਸ ਤਰ੍ਹਾਂ ਨਹੀਂ ਲਗਾਇਆ ਗਿਆ ਹੈ ਤਾਂ ਇੱਥੇ ਤੁਸੀਂ ਨਿਲ ਭਰ ਦੇਣਾ ਹੈ ਜੀ। ਨੈਕਸਟ ਹੈ ਜੀ ਅਪੋਇੰਟਮੈਂਟ ਪੋਲਿੰਗ ਆਫੀਸਰ ਮੇਡ ਇਨ ਦਾ ਐਬਸੈਂਸ ਆਫ ਡਿਊਲੀ ਅਪੋਇੰਟਡ ਪੋਲਿੰਗ ਆਫੀਸਰ ਇਫ ਐਨੀ ਐਂਡ ਦਾ ਰੀਜ਼ਨ ਫॉर ਸੱਚ ਅਪੋਇੰਟਮੈਂਟ। ਜੇਕਰ ਡੀਸੀ ਵੱਲੋਂ ਤਿਆਰ ਹੋ ਕੇ ਆਈ ਜੋ ਪੋਲਿੰਗ ਪਾਰਟੀ ਹੈ ਉਸ ਦੇ ਵਿੱਚੋਂ ਕੋਈ ਪੋਲਿੰਗ ਆਫੀਸਰ ਐਬਸੈਂਟ ਹੈ ਅਤੇ ਉਸ ਦੀ ਜਗ੍ਹਾ 'ਤੇ ਕੋਈ ਹੋਰ ਪੋਲਿੰਗ ਆਫੀਸਰ ਦੀ ਡਿਊਟੀ ਲਗਾਈ ਜਾਂਦੀ ਹੈ ਤਾਂ ਉਸ ਦੀ ਡਿਟੇਲ ਇੱਥੇ ਭਰੀ ਜਾਣੀ ਹੈ ਅਤੇ ਕੀ ਰੀਜ਼ਨ ਹੈ ਪੋਲਿੰਗ ਆਫੀਸਰ ਦਾ ਡਿਊਟੀ ਤੋਂ ਐਬਸੈਂਟ ਹੋਣ ਦਾ, ਉਹ ਰੀਜ਼ਨ ਵੀ ਇੱਥੇ ਲਿਖਿਆ ਜਾਣਾ ਹੈ ਜੀ। ਅਤੇ ਜੇਕਰ ਅਜਿਹਾ ਨਹੀਂ ਕੁਝ ਵੀ ਹੈ ਤਾਂ ਇੱਥੇ ਨਿਲ ਭਰਿਆ ਜਾਵੇਗਾ। ਨੈਕਸਟ ਆਪਣੇ ਕੋਲ 6 ਪੁਆਇੰਟ ਹੈ ਜੀ ਇਲੈਕਟ੍ਰੋਨਿਕ ਵੋਟਿੰਗ ਮਸ਼ੀਨ। ਇਲੈਕਟ੍ਰੋਨਿਕ ਵੋਟਿੰਗ ਮਸ਼ੀਨ ਦੇ ਵਿੱਚ ਇਸ ਵਿੱਚ ਆਪਾਂ ਜੋ EVM ਹੈ ਉਸ ਦੀ ਡਿਟੇਲ ਭਰਨੀ ਹੈ ਜੀ। ਸਭ ਤੋਂ ਪਹਿਲਾਂ ਆਪਣੇ ਕੋਲ ਹੈ ਜੀ ਨੰਬਰ ਆਫ ਕੰਟਰੋਲ ਯੂਨਿਟ ਯੂਜ਼ਡ, ਕਿੰਨੇ ਕੰਟਰੋਲ ਯੂਨਿਟਸ ਆਪਾਂ ਯੂਜ਼ ਕੀਤੇ ਹਨ। ਵੈਸੇ ਇੱਕ ਹੀ ਕੰਟਰੋਲ ਯੂਨਿਟ ਹਰੇਕ ਪਾਰਟੀ ਨੂੰ ਮਿਲਦਾ ਹੈ, ਲੇਕਿਨ ਅਗਰ ਵੋਟਿੰਗ ਦੌਰਾਨ ਕੋਈ ਕੰਟਰੋਲ ਯੂਨਿਟ ਖਰਾਬ ਹੋ ਜਾਂਦਾ ਹੈ ਤਾਂ ਇੱਕ ਤੋਂ ਜ਼ਿਆਦਾ ਵੀ ਮਿਲ ਸਕਦੇ ਹਨ ਅਤੇ ਉਸ ਦੇ ਅਕੋਰਡਿੰਗ ਤੁਸੀਂ ਇੱਥੇ ਭਰ ਦੇਣਾ ਹੈ ਇੱਕ ਜਾਂ ਇੱਕ ਤੋਂ ਜ਼ਿਆਦਾ, ਜਿੰਨੇ ਵੀ ਤੁਸੀਂ ਕੰਟਰੋਲ ਯੂਨਿਟ ਯੂਜ਼ ਕੀਤੇ ਹਨ। ਵੈਸੇ ਆਮ ਤੌਰ 'ਤੇ ਇੱਕ ਹੀ ਕੰਟਰੋਲ ਯੂਨਿਟ ਯੂਜ਼ ਹੁੰਦਾ ਹੈ, ਇਸ ਲਈ ਮੈਂ ਇੱਥੇ ਇੱਕ ਭਰ ਰਿਹਾ ਹਾਂ ਜੀ। ਅੱਗੇ ਆਪਣੇ ਕੋਲ ਹੈ ਜੀ ਸੀਰੀਅਲ ਨੰਬਰ ਆਫ ਕੰਟਰੋਲ ਯੂਨਿਟ। ਕੰਟਰੋਲ ਯੂਨਿਟ ਦਾ ਜੋ ਸੀਰੀਅਲ ਨੰਬਰ ਕੰਟਰੋਲ ਯੂਨਿਟ ਦੇ ਉੱਪਰ ਲਿਖਿਆ ਹੈ ਉਹ ਇੱਥੇ ਲਿਖ ਦੇਣਾ ਹੈ। ਜੇਕਰ ਇੱਕ ਵਰਤਿਆ ਹੈ ਤਾਂ ਇੱਕ ਦਾ, ਜੇਕਰ 2 ਕੰਟਰੋਲ ਯੂਨਿਟ ਵਰਤੇ ਹਨ ਤਾਂ ਦੋਵਾਂ ਦਾ ਨੰਬਰ ਇੱਥੇ ਲਿਖ ਦੇਣਾ ਹੈ। ਨੈਕਸਟ ਆਪਣੇ ਕੋਲ ਹਨ ਜੀ ਨੰਬਰ ਆਫ ਬੈਲਟਿੰਗ ਯੂਨਿਟ ਯੂਜ਼ਡ। ਜੇਕਰ ਆਪਣੇ ਕੋਲ 16 ਤੋਂ ਜ਼ਿਆਦਾ ਕੈਂਡੀਡੇਟ ਹੋਣ ਤਾਂ ਇੱਕ ਤੋਂ ਵੱਧ ਜੋ ਹੈ ਬੈਲਟਿੰਗ ਯੂਨਿਟ ਯੂਜ਼ ਹੁੰਦੇ ਹਨ ਅਤੇ ਮੇਰੇ ਪੋਲਿੰਗ ਸਟੇਸ਼ਨ 'ਤੇ 16 ਤੋਂ ਜ਼ਿਆਦਾ ਕੈਂਡੀਡੇਟ ਹਨ,
इस ਲਈ 2 बैलेटिंग यूनिट जो है वो यूज़ किए गए हैं। तो इत्थे 2 भर के तो नीचे लिखा हुआ है सीरीयल नंबर ऑफ बैलेटिंग यूनिट यूजड, तो ਜਿਹੜੇ अपने को बैलेटिंग यूनिट यूज़ किए हैं दोनों, इत्थे दोवां ਦਾ ਆਪਾਂ सीरीयल नंबर भर देना है जी। नैक्सट अपने को है जी नंबर ऑफ पेपर सील्स यूजड, तो आप मान लो कि एक पेपर सील यूज़ की है, तो नीचे आप लिखना है सीरीयल नंबर ऑफ पेपर सील यूजड, उस पेपर सील का आप सीरीयल नंबर लिख देना है। नैक्सट 7A पॉइंट अपने को है जी नंबर ऑफ स्पैशल टैग्स सप्लाइड, किन्ने स्पैशल टैग तुहानूं सप्लाई होए हैं। मान लो अपने को 2 स्पैशल टैग आपां नूं मिले हैं। सीरीयल नंबर ऑफ स्पैशल टैग सप्लाइड, उन्हां दोनों का आपां सीरीयल नंबर लिख देना इस जगह पर। दैन नंबर ऑफ स्पैशल टैग्स यूजड, किन्ने स्पैशल टैग्स तुसीं यूज़ किए हैं। मान लो आपां एक यूज़ किया है, इत्थे आपां एक फिल कर देना है। नैक्सट है स्पैशल नंबर ऑफ जो सीरीयल नंबर है स्पैशल टैग्स यूज़ का, जिहड़े कि स्पैशल टैग आपां यूज़ किए हैं उन्हों का इत्थे आपां नंबर फिल कर देना है। नैक्सट है सीरीयल नंबर ऑफ स्पैशल टैग रिटर्नड एज ए अनयूजड, तो जिहड़ा अपने को बच गया है उसका आपां इत्थे सीरीयल नंबर पा देना है जी। नैक्सट 7th B विच देखो आपां की लिखना है जी, पहले पॉइंट विच नंबर ऑफ स्ट्रिप सील्स सप्लाइड, किन्नियां स्ट्रिप सील तुहानूं अपलाइड हुई हैं वो आपां इत्थे लिख देने। मान लो आपां नूं 2 स्ट्रिप सील मिलियां हैं, तो आपां लिखना है नैक्सट सीरीयल नंबर ऑफ स्ट्रिप सील्ड सप्लाइड, जिहड़ियां आपां नूं स्ट्रिप सील मिलियां हैं उन्हां दा इत्थे आपां सीरीयल नंबर पा देना है। दैन नंबर ऑफ स्ट्रिप सील यूजड, आपां किन्नियां यूज़ कीतियां हैं, मान लो आपां एक यूज़ की है तो आपां इत्थे एक लिख देना है। दैन सीरीयल नंबर ऑफ स्ट्रिप सील यूजड, जिहड़ी स्ट्रिप सील आपां यूज़ की है उसका आपां इत्थे सीरीयल नंबर पा देना है। दैन सीरीयल नंबर ऑफ द स्ट्रिप सील रिटर्नड एज ए अनयूजड, तो जिहड़ी आपां अनवरती रह गई है स्ट्रिप सील, उत्थे आपां इसका सीरीयल नंबर इत्थे पा देना है जी। नैक्सट अपने को है जी 7C एप्लीकेशन ओनली इन द पोलिंग स्टेशन वेयर VVT पैड सिस्टम इज यूजड, तो इत्थे आपां जो VVT पैड सिस्टम यूज़ कर रहे हैं उसकी डिटेल भरनी है जी। नीचे किन्ने VVT पैड आपां यूज़ किए हैं वो लिख देने हैं, जिस तरह मेरे स्टेशन पर एक VVT पैड सिस्टम आपां यूज़ कर रहे हैं तो आपां एक लिख देना है, तो नीचे उसका सीरीयल नंबर लिख देना है। जेकर इन बिटवीन वोटिंग दौरान कोई VVT पैड खराब हो जाता है तो इत्थे एक तो ज़्यादा भी आ सकता है, तो उसके अकॉर्डिंग सीरीयल नंबर भी फिर जिन्ने VVT पैड यूज़ किए हैं उन्होंने सारिਆਂ ਦੇ ही इत्थे सीरीयल नंबर लिखने पैणगे। नैक्सट पॉइंट अपने को इस तरह है जी नंबर ऑफ कैंडीडेट्स हू हैड अपॉइंटेड पोलिंग एजेंट एट द पोलिंग स्टेशन, ਤੁਹਾਡੇ पोलिंग स्टेशन ਤੇ किन्ने पोलिंग एजेंट अपॉइंट किए गए हैं वो तुसीं इत्थे भरने हैं। तो हरेक पोलिंग एजेंट के कोल उसके जो कैंडीडेट द्वारा साइन किया गया पोलिंग एजेंट वाला फॉर्म होंदा है वो फॉर्म तुसीं उस तो लै लेना है जी। तो जिन्ने पोलिंग एजेंट तुहानूं वो उत्थे फॉर्म दे रहे हैं उन्हां दी काउंटिंग उन्ने पोलिंग एजेंट तुसीं इस जगह पर भर देने हैं जी। नैक्सट पॉइंट है जी नंबर ऑफ पोलिंग एजेंट प्रेजेंट एट द कमैंसमेंट ऑफ द पोल, कि जिस समय पोल स्टार्ट हुई है वोटिंग स्टार्ट हुई है उस समय किन्ने पोलिंग एजेंट अपने को प्रेजेंट सन। तो मेरे केस में इत्थे 5 पोलिंग एजेंट प्रेजेंट सन, इसलिए इत्थे मैं 5 लिख रहा हाँ। तो इसकी डिटेल तुसीं जो PRO डैक्लेरेशन पार्ट 1 तो भी देख सकते हो, उसदे नाल इसकी मैचिंग होनी चाहिए है। जो तुसीं PRO डैक्लेरेशन पार्ट 1 दे विच भरोगे उन्ने ही पोलिंग एजेंट तुसीं इत्थे लिखने हैं। इस तरह सैकेंड नंबर है नंबर ऑफ पोलिंग एजेंट हू हैड अराइव्ड लेट, कोई भी पोलिंग एजेंट मेरे केस विच लेट नहीं है, इसलिए इत्थे मैं नील भर रहा हाँ जी। नैक्सट है नंबर ऑफ पोलिंग एजेंट प्रेजेंट एट द क्लोज ऑफ पोल, जो वोटिंग खत्म हुई है पोलिंग क्लोज हुई है तो उस समय किन्ने पोलिंग एजेंट अपने को प्रेजेंट सन वो इत्थे तुसीं भर देने हैं। तो इसका तुसीं रिकॉर्ड देख सकते हो PRO डैक्लेरेशन पार्ट 3 एंड 4 दे विच सेम अपने को जिन्ने पोलिंग एजेंट प्रेजेंट सन लास्ट विच वो आपां इस जगह पर लिखते हैं। तो इस लिए आपां PRO डैक्लेरेशन पार्ट 3 एंड फॉर्म 4th जो है फॉर्म है उसनों भी आपां चैक कर सकते हैं, उसदे नाल इसकी काउंटिंग मैच होनी चाहिए है जी। नैक्सट पॉइंट इस तरह है जी टोटल नंबर ऑफ वोटर्स असाइन टू द पोलिंग स्टेशन, पोलिंग स्टेशन ते टोटल किन्ने वोटर असाइन किए गए हैं वो आपां इत्थे लिखने होंदे हैं। मान लैंदे हैं कि अपने कोल पोलिंग स्टेशन ते 984 वोटर हैं तो कोई भी EDC वोटर पोलिंग बूथ ते नहीं है, तो 984 जमा 0 EDC लिख देना है। जेकर तुहाडे कोई पोलिंग स्टेशन दे विच EDC वोटर है तो तुसीं जिन्ने EDC वोटर है वो उसदे विच प्लस कर देने होंदे हैं। इसनूं आपां हुण मेरे को कोई भी EDC वोटर नहीं है तो इसनूं आपां लिखांगे 984 जमा 0 EDC। ये जो EDC वोटर हैं इन्हां बारे मैं अगे इस वीडियो विच होर भी आपां गल कीती हुई है। EDC वोटरां दी जो एंट्री है
ਉਹ ਮਾਰਕਡ ਕਾਪੀ ਦੇ ਲਾਸਟ ਵਿੱਚ ਕੀਤੀ ਜਾਣੀ ਹੁੰਦੀ ਹੈ। ਜੋ ਕਿ ਮਾਰਕਡ ਕਾਪੀ ਹੈ ਉਸ ਦੇ ਲਾਸਟ ਵਿੱਚ ਲਿਖਣਾ ਹੁੰਦਾ ਹੈ ਕਿ ਤੁਹਾਡੇ ਪੋਲਿੰਗ ਬੂਥ ਦੇ ਉੱਪਰ ਕਿੰਨੇ ਜੋ EDC ਵੋਟਰ ਹਨ, ਇਲੈਕਸ਼ਨ ਡਿਊਟੀ ਸਰਟੀਫਿਕੇਟ ਵਾਲੇ ਕਿੰਨੇ ਵੋਟਰ ਹਨ, ਅਤੇ ਉਹਨਾਂ ਨੂੰ ਵੋਟ ਪਾਉਣ ਦਾ ਅਧਿਕਾਰ ਤੁਸੀਂ ਉੱਥੇ ਹੀ ਦੇਣਾ ਹੈ, ਆਪਣੇ ਪੋਲਿੰਗ ਬੂਥ 'ਤੇ ਹੀ। ਅਤੇ ਉਹਨਾਂ ਦਾ ਜੋ ਪੂਰੀ ਡਿਟੇਲ ਹੈ ਉਹ 17A ਦੇ ਵਿੱਚ ਤੁਸੀਂ ਨੋਟ ਕਰਨੀ ਹੁੰਦੀ ਹੈ। ਜਿਸ ਤਰ੍ਹਾਂ ਤੁਸੀਂ ਆਮ ਵੋਟਰਾਂ ਦੀ ਵੋਟਿੰਗ ਜੋ ਆਇਡੈਂਟੀਟੀ ਹੈ ਲਿਸਟ ਵਿੱਚ ਤੁਸੀਂ ਲਿਖਦੇ ਹੋ ਸਾਰਾ ਕੁਛ, ਉਹਨਾਂ ਦਾ ਪਾਰਟ ਨੰਬਰ, ਵੋਟ ਨੰਬਰ, ਅਤੇ ਉਹਨਾਂ ਨੂੰ ਇਸੇ ਤਰ੍ਹਾਂ ਵੋਟ ਸਲਿੱਪ ਜਾਰੀ ਕਰਨੀ ਹੈ ਤਾਂ ਜੋ ਉਹ ਤੁਹਾਡੇ ਬੂਥ ਦੇ ਉੱਪਰ ਆਪਣੀ ਵੋਟ ਪਾ ਸਕਣ। ਇਹਨਾਂ ਬਾਰੇ ਮੈਂ ਅੱਗੇ ਇਸ ਵੀਡੀਓ ਵਿੱਚ ਹੋਰ ਵੀ ਡਿਟੇਲ ਵਿੱਚ ਗੱਲ ਕੀਤੀ ਹੈ ਜੀ। ਨੈਕਸਟ ਆਪਣੇ ਕੋਲ ਹੈ ਜੀ ਨੰਬਰ ਆਫ ਇਲੈਕਟਰਸ ਅਲਾਉਡ ਟੂ ਵੋਟ ਅਕੋਰਡਿੰਗ ਟੂ ਮਾਰਕਡ ਕਾਪੀ ਆਫ ਦਾ ਇਲੈਕਟਰੋਲ। ਜੋ ਇਲੈਕਟਰੋਲ ਹੈ ਉਸ ਦੇ ਵਿੱਚ ਆਪਾਂ ਨੂੰ ਇੱਕ ਮਾਰਕਡ ਕਾਪੀ ਮਿਲਦੀ ਹੈ। ਮਾਰਕਡ ਕਾਪੀ ਦੇ ਵਿੱਚ ਜਦੋਂ ਕੋਈ ਪਰਸਨ ਆਪਣੇ ਕੋਲ ਵੋਟ ਪਾਉਣਾ ਆਉਂਦਾ ਤਾਂ ਆਪਾਂ ਉਸ ਦੀ ਟਿਕ ਕਰਨਾ ਹੁੰਦਾ ਹੈ, ਅਤੇ ਜਿੰਨੇ ਵੋਟਰਾਂ ਨੂੰ ਆਪਾਂ ਟਿਕ ਕੀਤਾ ਹੈ ਉਹ ਨੰਬਰ ਆਪਾਂ ਇਸ ਜਗ੍ਹਾ ਲਿਖਣਾ ਹੈ। ਮੰਨ ਲਓ ਆਪਣੇ ਕੋਲ ਟੋਟਲ ਵੋਟਰ ਕਿੰਨੇ ਆ ਗਏ ਹਨ ਜੀ 728 ਵੋਟਰ ਆਪਣੇ ਕੋਲ ਆ ਗਏ ਹਨ, ਤਾਂ ਉਹ ਆਪਾਂ ਇੱਥੇ ਲਿਖ ਦੇਣੇ ਹਨ ਜੀ। ਨੈਕਸਟ ਆਪਣੇ ਕੋਲ ਹੈ ਜੀ ਟੋਟਲ ਨੰਬਰ ਆਫ ਇਲੈਕਟਰਸ ਐਜ਼ ਐਂਟਰਡ ਇਨ ਦਾ ਰਜਿਸਟਰ ਆਫ ਵੋਟਰ। ਜੋ ਫਾਰਮ 17A ਹੈ ਉਸ ਦੇ ਵਿੱਚ ਆਪਾਂ 17A ਦਾ ਜੋ ਲਾਸਟ ਸੀਰੀਅਲ ਨੰਬਰ ਹੈ ਉਹ ਆਪਾਂ ਚੈੱਕ ਕਰਨਾ ਹੈ ਕਿ ਕਿੰਨੇ ਆਪਣੇ ਕੋਲ ਇਲੈਕਟਰ ਜੋ ਵੋਟਰਸ ਹੈ ਵੋਟ ਪਾ ਕੇ ਗਏ ਹਨ। ਉਹ ਤਾਂ ਆਪਣੇ ਕੋਲ ਸੇਮ ਹੀ ਹੋਏਗਾ ਜੋ ਮਾਰਕਡ ਕਾਪੀ ਦੇ ਉੱਪਰ ਮਾਰਕ ਕੀਤੇ ਹਨ 728, ਇਸ ਲਈ ਆਪਾਂ ਇੱਥੇ ਵੀ 728 ਹੀ ਲਿਖ ਦੇਣਾ ਹੈ। ਨੈਕਸਟ ਆਪਣੇ ਕੋਲ ਹੈ ਜੀ ਨੰਬਰ ਆਫ ਵੋਟਸ ਰਿਕਾਰਡਡ ਐਜ਼ ਪਰ ਦਾ ਵੋਟਿੰਗ ਮਸ਼ੀਨ। ਵੋਟਿੰਗ ਮਸ਼ੀਨ ਦੇ ਵਿੱਚ ਆਪਣੇ ਕੋਲ ਕਿੰਨੇ ਵੋਟਰਸ ਹਨ ਉਹ ਵੀ ਆਪਣੇ ਕੋਲ ਸੇਮ ਹੀ ਰਿਕਾਰਡ ਹੋ ਰਹੇ ਹਨ 728, ਉਹ ਵੀ ਆਪਾਂ ਇੱਥੇ ਲਿਖ ਦੇਣੇ ਹਨ ਜੀ 728। ਨੈਕਸਟ ਆਪਣੇ ਕੋਲ 5th ਪੁਆਇੰਟ ਕਾਫੀ ਇੰਪੋਰਟੈਂਟ ਹੈ, ਨੰਬਰ ਆਫ ਵੋਟਰਸ ਡਿਸਾਈਡਡ ਨਾਟ ਟੂ ਵੋਟ ਰਿਕਾਰਡ ਵੋਟ ਇਫ ਐਨੀ। ਮੰਨ ਲਓ ਕਿ ਕਦੀ ਕਦੀ ਇਸ ਤਰ੍ਹਾਂ ਹੁੰਦਾ ਹੈ ਕਿ ਜੋ ਵੋਟਰ ਹੈ ਉਹ 17A ਜੋ ਰਜਿਸਟਰ ਆਫ ਵੋਟਸ ਹੈ ਉਸ ਦੇ ਵਿੱਚ ਆਪਣੀ ਐਂਟਰੀ ਕਰਵਾ ਲੈਂਦਾ ਹੈ, ਉਸ ਨੂੰ ਵੋਟਰ ਸਲਿੱਪ ਵੀ ਇਸ਼ੂ ਹੋ ਜਾਂਦੀ ਹੈ, ਪਰ ਬਾਅਦ ਵਿੱਚ ਉਹ ਵੋਟ ਪਾਉਣ ਤੋਂ ਮਨਾ ਕਰ ਦਿੰਦਾ ਹੈ। ਅਤੇ ਇਸ ਤਰ੍ਹਾਂ ਦਾ ਜੇਕਰ ਕੋਈ ਵੋਟਰ ਹੈ ਤਾਂ ਉਸ ਦੀ ਐਂਟਰੀ ਆਪਾਂ ਇਸ ਜਗ੍ਹਾ ਕਰਨੀ ਹਨ। ਹੁਣ ਮੇਰੇ ਜੋ ਪੋਲਿੰਗ ਸਟੇਸ਼ਨ ਹੈ ਉਸ 'ਤੇ ਇਸ ਤਰ੍ਹਾਂ ਦੀ ਕੋਈ ਵੀ ਐਂਟਰੀ ਨਹੀਂ ਹੈ, ਇਸ ਲਈ ਇਸ ਜਗ੍ਹਾ ਮੈਂ ਨਿਲ ਲਿਖ ਰਿਹਾ ਜੀ। ਅਤੇ ਲਾਸਟ ਵਿੱਚ ਦੇਖੋ ਆਪਣੇ ਕੋਲ ਸਿਗਨੇਚਰ ਆਫ ਫਸਟ ਪੋਲਿੰਗ ਆਫਿਸਰ, ਇਸ ਜਗ੍ਹਾ ਜੋ ਫਸਟ ਪੋਲਿੰਗ ਆਫਿਸਰ ਹੈ ਜਿਸ ਦੇ ਕੋਲ ਮਾਰਕਡ ਕਾਪੀ ਹੈ ਜੋ ਚੈੱਕ ਕਰ ਰਿਹਾ ਹੈ ਆਇਡੈਂਟੀਟੀਜ਼, ਉਸ ਦਾ ਆਪਣੇ ਕੋਲ ਸਿਗਨੇਚਰ ਆ ਜਾਣਗੇ। ਅਤੇ ਨੈਕਸਟ ਆਪਣੇ ਕੋਲ ਹੈ ਜੀ ਸਿਗਨੇਚਰ ਆਫ ਪੋਲਿੰਗ ਆਫਿਸਰ ਇੰਚਾਰਜ ਆਫ ਰਜਿਸਟਰਸ ਆਫ ਵੋਟਸ। ਜੋ 17A ਰਜਿਸਟਰ ਆਫ ਵੋਟਸ ਦੇ ਵਿੱਚ ਐਂਟਰੀ ਕਰ ਰਿਹਾ ਹੈ ਪੋਲਿੰਗ ਆਫਿਸਰ, ਉਸ ਦੀ ਜੋ ਸਿਗਨੇਚਰ ਹੈ ਉਹ ਇਸ ਜਗ੍ਹਾ ਹੋ ਜਾਣਗੇ। ਨੈਕਸਟ ਪੁਆਇੰਟ ਆਪਣੇ ਕੋਲ ਹੈ ਜੀ ਨੰਬਰ ਆਫ ਇਲੈਕਟਰਸ ਹੂ ਵੋਟਡ। ਕਿੰਨੇ ਜੋ ਪਰਸਨਸ ਹਨ ਉਹ ਵੋਟ ਪਾ ਕੇ ਗਏ ਹਨ, ਇੱਥੇ ਆਪਾਂ ਉਹਨਾਂ ਦੀ ਕਾਊਂਟਿੰਗ ਲਿਖਣੀ ਹੈ। ਉੱਪਰ ਦੇਖੋ ਪਹਿਲਾਂ ਮੈਨ, ਫਿਰ ਵੋਮੈਨ, ਨੈਕਸਟ ਥਰਡ ਜੈਂਡਰ, ਅਤੇ ਨੈਕਸਟ ਆਪਾਂ ਨੀਚੇ ਲਿਖਣਾ ਹੈ ਟੋਟਲ। ਅਤੇ ਮੇਰੇ ਕੇਸ ਵਿੱਚ ਮੇਰੇ ਪੋਲਿੰਗ ਸਟੇਸ਼ਨ 'ਤੇ ਟੋਟਲ ਆਪਣੇ ਕੋਲ ਵੋਟਾਂ ਪਈਆਂ ਹਨ 728, ਉਸ ਦੇ ਵਿੱਚੋਂ 357 ਮੈਨ ਹਨ ਅਤੇ 371 ਵੋਮੈਨ ਹਨ, ਅਤੇ ਕੋਈ ਵੀ ਮੇਰੇ ਪੋਲਿੰਗ ਸਟੇਸ਼ਨ 'ਤੇ ਥਰਡ ਜੈਂਡਰ ਨਹੀਂ ਹੈ, ਇਸ ਲਈ ਮੈਂ ਇੱਥੇ ਥਰਡ ਜੈਂਡਰ ਦੇ ਅੱਗੇ ਕੀ ਲਿਖ ਦੇਣਾ ਹੈ, ਨਿਲ ਲਿਖ ਦੇਣਾ ਹੈ ਜੀ। ਨੈਕਸਟ ਪੁਆਇੰਟ ਆਪਣੇ ਕੋਲ ਹੈ ਜੀ ਚੈਲੰਜਡ ਵੋਟਸ। ਚੈਲੰਜਡ ਵੋਟਸ ਕੀ ਹੁੰਦੀ ਹੈ ਕਿ ਜੇਕਰ ਕੋਈ ਵੋਟਰ ਆਪਣੇ ਪੋਲਿੰਗ ਆਫਿਸਰ ਕੋਲ ਜਾਂਦਾ ਹੈ ਜੋ ਪਹਿਲਾ ਪੋਲਿੰਗ ਆਫਿਸਰ ਹੈ, ਅਤੇ ਕਿਸੇ ਪੋਲਿੰਗ ਏਜੰਟ ਵੱਲੋਂ ਉਸ ਦੀ ਪਹਿਚਾਣ ਨੂੰ ਚੈਲੰਜ ਕੀਤਾ ਜਾਂਦਾ ਹੈ ਕਿ ਇਹ ਉਹ ਪਰਸਨ ਨਹੀਂ ਹੈ ਜਿਸ ਦੀ ਇਹ ਵੋਟ ਪਾਉਣ ਆਇਆ ਹੈ, ਅਤੇ ਉਸ ਨੂੰ ਆਪਾਂ ਕੀ ਕਹਿ ਦਿੰਦੇ ਹਨ, ਚੈਲੰਜ ਵੋਟ ਕਹਿ ਦਿੰਦੇ ਹਨ। ਇਸ ਹਾਲਤ ਵਿੱਚ ਕੀ ਹੁੰਦਾ ਹੈ ਕਿ ਜੋ ਪ੍ਰੀਜ਼ਾਈਡਿੰਗ ਆਫਿਸਰ ਹੈ ਜੋ ਚੈਲੰਜ ਕਰਨ ਵਾਲੇ ਏਜੰਟ ਕੋਲੋਂ 2 ਰੁਪਏ ਪ੍ਰਤੀ ਵਿਅਕਤੀ ਪ੍ਰਤੀ ਵੋਟਰ ਦੇ ਹਿਸਾਬ ਨਾਲ ਉਸ ਦੇ ਕੋਲੋਂ ਵਸੂਲ ਕਰੇਗਾ, ਤਾਂ ਇਸ ਤੋਂ ਬਾਅਦ ਉਹ ਵੋਟਰ ਕੋਲੋਂ ਉਸ ਦੇ ਪਹਿਚਾਣ ਸੰਬੰਧੀ ਸਬੂਤਾਂ ਦੀ ਮੰਗ ਕਰੇਗਾ। ਜੇਕਰ ਵੋਟਰ ਸਹੀ ਪਾਇਆ ਜਾਂਦਾ ਹੈ ਤਾਂ ਚੈਲੰਜ ਕਰਨ ਵਾਲੇ ਪੋਲਿੰਗ ਏਜੰਟ ਦੀ ਫੀਸ ਜ਼ਬਤ ਕਰ ਲਈ ਜਾਂਦੀ ਹੈ ਜੋ ਕਿ ਅਮਾਊਂਟ ਫੋਰਫਿਟਡ ਦੇ ਵਿੱਚ ਲਿਖੀ ਜਾਂਦੀ ਹੈ, ਅਤੇ ਵੋਟਰ ਨੂੰ ਵੋਟ ਪਾਉਣ ਦੀ ਇਜਾਜ਼ਤ ਦੇ ਦਿੱਤੀ ਜਾਂਦੀ ਹੈ। ਅਤੇ ਜੇਕਰ ਵੋਟਰ ਗਲਤ ਪਾਇਆ ਜਾਂਦਾ ਹੈ ਤਾਂ ਜੋ ਉਸ ਦੀ ਫੀਸ ਹੈ ਉਹ ਪੋਲਿੰਗ ਏਜੰਟ ਦੀ ਜੋ ਫੀਸ ਹੈ ਉਸ ਨੂੰ ਵਾਪਸ ਕਰ ਦਿੱਤੀ ਜਾਂਦੀ ਹੈ, ਅਤੇ ਜੋ ਗਲਤ ਵੋਟ ਪਾਉਣ ਆਇਆ ਹੈ ਉਸ ਪਰਸਨ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਜਾਂਦਾ ਹੈ ਜੀ। ਹੁਣ ਮੇਰੇ ਪੋਲਿੰਗ ਸਟੇਸ਼ਨ 'ਤੇ ਕੋਈ ਵੀ ਚੈਲੰਜ ਵੋਟ ਨਹੀਂ ਹੈ, ਇਸ ਲਈ ਮੈਂ ਇੱਥੇ ਸਾਰਾ ਕੁਝ ਨਿਲ ਲਿਖ ਰਿਹਾ ਹਾਂ ਜੀ। ਹੁਣ ਚੈਲੰਜਡ ਵੋਟਸ ਨੂੰ ਆਪਾਂ ਇੱਕ ਹੋਰ ਐਗਜ਼ਾਮਪਲ ਦੇ ਨਾਲ ਸਮਝਦੇ ਹਾਂ। ਮੰਨ ਲਓ ਕਿ ਟੋਟਲ ਆਪਣੇ ਕੋਲ 7 ਪਰਸਨਸ ਹਨ ਜਿਨ੍ਹਾਂ ਨੂੰ ਪੋਲਿੰਗ ਏਜੰਟ ਨੇ ਚੈਲੰਜ ਕੀਤਾ ਹੈ, ਉਸ ਦੇ ਵਿੱਚੋਂ 5 ਜੋ ਨੰਬਰ ਹਨ 5 ਬੰਦਿਆਂ ਨੂੰ ਸਹੀ ਪਾਏ ਗਏ ਹਨ, ਉਹਨਾਂ ਨੂੰ ਅਲਾਓ ਕਰ ਦਿੱਤਾ ਹੈ ਵੋਟ ਪਾਉਣ ਲਈ, ਅਤੇ 2 ਪਰਸਨ ਜੋ ਹਨ ਉਹ ਗਲਤ ਪਾਏ ਗਏ ਸਨ, ਉਹਨਾਂ ਨੂੰ ਨੰਬਰ ਰਿਜੈਕਟ ਦੇ ਵਿੱਚ ਪਾ ਦੇਣਾ ਹਨ। ਹੁਣ ਜੋ ਉਹ 5 ਬੰਦੇ ਜਿਨ੍ਹਾਂ ਦੀ ਪਹਿਚਾਣ ਸਹੀ ਸੀ ਉਹਨਾਂ ਦੀ ਜੋ ਫੀਸ ਹੈ
ਜੋ ਪੋਲਿੰਗ ਏਜੰਟ ਨੇ ਉਹਨਾਂ ਦੀ ਪਰ 2 ਰੁਪਏ ਦੇ ਹਿਸਾਬ ਨਾਲ ਫੀਸ ਦਿੱਤੀ ਹੈ 10 ਰੁਪਏ ਉਹ ਜ਼ਬਤ ਕਰ ਲਏ ਜਾਣਗੇ ਅਤੇ ਉਹਨਾਂ ਨੂੰ ਅਮਾਊਂਟ ਫੋਰਫਿਟਡ ਦੇ ਵਿੱਚ ਲਿਖ ਕੇ ਰਸੀਦ ਉਸਨੂੰ ਦਿੱਤੀ ਜਾਵੇਗੀ। ਅਤੇ ਇਹ ਜੋ ਪੈਸੇ ਹਨ ਉਹ ਜਦੋਂ ਆਪਾਂ ਸਾਰਾ ਸਮਾਨ ਵੋਟਿੰਗ ਦਾ ਜਮ੍ਹਾਂ ਕਰਾਉਣਾ ਹੈ ਉਸ ਦੇ ਨਾਲ ਜਮ੍ਹਾਂ ਕਰਵਾਏ ਜਾਣਗੇ ਅਲੱਗ ਲਿਫਾਫੇ ਦੇ ਵਿੱਚ। ਨੈਕਸਟ ਪੁਆਇੰਟ ਆਪਣੇ ਕੋਲ ਹੈ ਜੀ ਨੰਬਰ ਆਫ ਪਰਸਨਸ ਹੂ ਹੈਵ ਵੋਟਡ ਔਨ ਦ ਪ੍ਰੋਡਕਸ਼ਨ ਆਫ ਇਲੈਕਸ਼ਨ ਡਿਊਟੀ ਸਰਟੀਫਿਕੇਟ, ਜਿਸ ਨੂੰ ਸ਼ਾਰਟ ਫਾਰਮ ਵਿੱਚ ਆਪਾਂ EDC ਕਹਿ ਦਿੰਦੇ ਹਨ। ਹੁਣ ਇਲੈਕਸ਼ਨ ਡਿਊਟੀ ਸਰਟੀਫਿਕੇਟ ਕੀ ਹੁੰਦਾ ਹੈ? ਜੇਕਰ ਕੋਈ ਕਰਮਚਾਰੀ ਤੁਹਾਡੇ ਬੂਥ 'ਤੇ ਹੈ ਅਤੇ ਉਸ ਦੀ ਡਿਊਟੀ ਤੁਹਾਡੇ ਬੂਥ 'ਤੇ ਲੱਗੀ ਹੋਈ ਹੈ, ਲੇਕਿਨ ਉਹ ਉਸੇ ਹਲਕੇ ਵਿੱਚ ਹੀ ਕਿਸੇ ਹੋਰ ਬੂਥ ਦਾ ਵੋਟਰ ਹੈ, ਜਿਸ ਹਲਕੇ ਵਿੱਚ ਤੁਹਾਡੀ ਡਿਊਟੀ ਲੱਗੀ ਹੈ ਉਸੇ ਹਲਕੇ ਦਾ ਹੀ ਉਹ ਵੋਟਰ ਹੈ, ਤਾਂ ਉਸ ਨੂੰ ਸਰਕਾਰ ਵੱਲੋਂ EDC ਜਾਰੀ ਕੀਤਾ ਜਾਂਦਾ ਹੈ। ਤੋ ਇਸ ਦੀ ਜੋ ਲਿਸਟ ਹੈ ਉਹ ਵੋਟਰ ਸੂਚੀ ਦੇ ਅਖੀਰ ਵਿੱਚ ਲੱਗੀ ਹੁੰਦੀ ਹੈ EDC ਕਰਮਚਾਰੀਆਂ ਦੀ। ਅਜਿਹੇ ਕੇਸ ਵਿੱਚ EDC ਕਰਮਚਾਰੀ ਨੂੰ ਆਮ ਵੋਟਰਾਂ ਦੀ ਤਰ੍ਹਾਂ ਹੀ ਵੋਟ ਪਾਉਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ। ਅਤੇ ਇਸ ਦਾ ਜੋ ਰਿਕਾਰਡ ਹੈ ਉਹ ਰਜਿਸਟਰ ਆਫ ਵੋਟਰ ਦੇ ਕਾਲਮ ਨੰਬਰ 2 ਵਿੱਚ ਕੀਤਾ ਜਾਂਦਾ ਹੈ, ਜਿਸ ਵਿੱਚ ਉਸ ਦੀ ਅਸੈਂਬਲੀ ਕੰਸਟੀਟੂਐਂਸੀ ਲਿਖੀ ਜਾਂਦੀ ਹੈ, ਪਾਰਟ ਨੰਬਰ, ਸੀਰੀਅਲ ਨੰਬਰ ਅਤੇ ਉਸ ਦਾ ਵੋਟਰ ਨੰਬਰ ਲਿਖਿਆ ਜਾਂਦਾ ਹੈ ਜੀ। ਮੇਰੇ ਹੁਣ ਪੋਲਿੰਗ ਸਟੇਸ਼ਨ 'ਤੇ ਕੋਈ ਵੀ EDC ਕਰਮਚਾਰੀ ਨਹੀਂ ਹੈ, ਇਸ ਲਈ ਮੈਂ ਇਸ ਜਗ੍ਹਾ ਨਿਲ ਲਿਖ ਰਿਹਾ ਹਾਂ ਜੀ। ਨੈਕਸਟ ਆਪਣੇ ਕੋਲ ਹੈ ਜੀ ਨੰਬਰ ਆਫ ਓਵਰਸੀਜ਼ ਇਲੈਕਟਰਸ ਹੂ ਵੋਟਡ। ਓਵਰਸੀਜ਼ ਇਲੈਕਟਰ ਜਾਂ ਉਸਨੂੰ ਆਪਾਂ ਕਹਿ ਦਿੰਦੇ ਹਨ NRI ਇਲੈਕਟਰਸ, NRI ਵੋਟਰਸ। ਜੇਕਰ ਕੋਈ ਇੰਡੀਅਨ ਬਾਹਰਲੀ ਕੰਟਰੀ ਵਿੱਚ ਪੜ੍ਹਾਈ ਜਾਂ ਨੌਕਰੀ ਲਈ ਗਿਆ ਹੈ, ਉਸ ਕੋਲ ਬਾਹਰਲੀ ਕੰਟਰੀ ਦੀ ਸਿਟੀਜ਼ਨਸ਼ਿਪ ਨਹੀਂ ਹੈ, ਤਾਂ ਉਹ ਆਪਣੀ ਵੋਟ ਜੋ ਹੈ ਆਪਣਾ ਅਸਲੀ ਪਾਸਪੋਰਟ ਦਿਖਾ ਕੇ ਪਾ ਸਕਦਾ ਹੈ। ਅਤੇ ਉਹਨਾਂ ਦੀ ਐਂਟਰੀ ਆਪਾਂ ਇਸ ਜਗ੍ਹਾ ਲਿਖਣੀ ਹੈ ਕਿੰਨੇ ਅਜਿਹੇ ਵੋਟਰ ਹਨ। ਮੇਰੇ ਕੇਸ ਵਿੱਚ ਅਜਿਹਾ ਕੋਈ ਵੋਟਰ ਨਹੀਂ ਹੈ, ਇਸ ਲਈ ਮੈਂ ਇੱਥੇ ਨਿਲ ਲਿਖ ਰਿਹਾ ਹਾਂ ਜੀ। ਨੈਕਸਟ ਪੁਆਇੰਟ ਆਪਣੇ ਕੋਲ ਹੈ ਜੀ ਨੰਬਰ ਆਫ ਇਲੈਕਟਰਸ ਹੂ ਵੋਟਡ ਵਿਦ ਦ ਹੈਲਪ ਆਫ ਕੰਪੈਨੀਅਨ। ਇਸ ਦਾ ਮਤਲਬ ਹੈ ਕਿ ਮੰਨ ਲਓ ਕੋਈ ਵੋਟਰ ਹੈ ਜੋ ਆਪਣੀ ਵੋਟ ਖੁਦ ਨਹੀਂ ਪਾ ਸਕਦਾ ਹੈ, ਜਿਵੇਂ ਕਿ ਉਸਦੀ ਆਈਸਾਈਡ ਵੀਕ ਹੈ ਜਾਂ ਕੋਈ ਹੋਰ ਕਾਰਨ, ਤਾਂ ਉਹ ਆਪਣੀ ਵੋਟ ਕਿਸੇ ਕੰਪੈਨੀਅਨ, ਆਪਣੇ ਕਿਸੇ ਸਾਥੀ ਦੀ ਹੈਲਪ ਦੇ ਨਾਲ ਪਾ ਸਕਦਾ ਹੈ। ਉਸ ਦਾ ਸਾਥੀ ਉਸ ਦੇ ਨਾਲ ਵੋਟਿੰਗ ਕੰਪਾਰਟਮੈਂਟ ਦੇ ਵਿੱਚ ਜਾਏਗਾ ਅਤੇ ਉਸ ਦੀ ਬਿਹਾਫ 'ਤੇ ਉਹ ਬਟਨ ਦਬਾਏਗਾ ਅਤੇ ਇਸ ਦੇ ਨਾਲ ਜੋ PRO ਹੈ, ਪ੍ਰੈਜ਼ਾਈਡਿੰਗ ਆਫਿਸਰ, ਉਹ ਇਸ ਦਾ ਇਤਰਾਜ਼ ਫਾਰਮ ਨੰਬਰ 14A ਅਨੈਕਜ਼ਰ 12 ਦੇ ਵਿੱਚ ਕਰੇਗਾ। ਇਸ ਦੀ ਜੋ ਐਂਟਰੀ ਉਹ ਫਾਰਮ ਨੰਬਰ 14A ਦੇ ਵਿੱਚ ਕਰੇਗਾ। ਅਤੇ ਮੇਰੇ ਕੇਸ ਵਿੱਚ ਇਹ ਜਿਹਾ ਕੋਈ ਵੀ ਵੋਟਰ ਨਹੀਂ ਹੈ, ਇਸ ਲਈ ਮੈਂ ਇਸ ਜਗ੍ਹਾ ਨਿਲ ਲਿਖ ਰਿਹਾ ਹਾਂ ਜੀ। ਨੈਕਸਟ ਪੁਆਇੰਟ ਆਪਣੇ ਕੋਲ ਹੈ ਜੀ ਨੰਬਰ ਆਫ ਵੋਟਸ ਕਾਸਟ ਥਰੂ ਪ੍ਰੋਕਸੀ। ਪਹਿਲਾਂ ਜਾਣ ਲੈਂਦੇ ਹਨ ਕਿ ਪ੍ਰੋਕਸੀ ਵੋਟਰਸ ਕੀ ਹੁੰਦੇ ਹਨ। ਜੇਕਰ ਕੋਈ ਪਰਸਨ ਆਪਣੇ ਘਰ ਤੋਂ ਕਾਫੀ ਦੂਰ ਹੈ ਅਤੇ ਉਹ ਵੋਟਿੰਗ ਵਾਲੇ ਦਿਨ ਆਪਣੀ ਵੋਟ ਪਾਉਣ ਲਈ ਹਾਜ਼ਰ ਨਹੀਂ ਹੋ ਸਕਦਾ ਹੈ, ਤਾਂ ਉਹ ਫਾਰਮ 13F ਭਰ ਕੇ ਆਪਣੇ ਕਿਸੇ ਸਾਥੀ ਨੂੰ ਦੇ ਸਕਦਾ ਹੈ, ਜੋ ਕਿ ਉਸ ਦੀ ਜਗ੍ਹਾ 'ਤੇ ਉਸ ਦੀ ਵੋਟ ਦਾ ਇਸਤੇਮਾਲ ਕਰ ਸਕਦਾ ਹੈ। ਇਸ ਦੀ ਐਂਟਰੀ ਜੋ ਫਾਰਮ 17A ਰਜਿਸਟਰ ਜੋ 17A ਹੈ ਰਜਿਸਟਰ ਆਫ ਵੋਟਰ ਦੇ ਵਿੱਚ ਹੋਏਗੀ, ਅਤੇ ਨਾਲ ਹੀ ਸਪੈਸ਼ਲ ਉਸ ਦੇ ਵਿੱਚ ਰਿਮਾਰਕਸ ਦਿੱਤਾ ਜਾਏਗਾ ਕਿ ਇਹ ਪ੍ਰੋਕਸੀ ਵੋਟਰ ਹੈ। ਜੇ ਪਹਿਲਾ ਪ੍ਰੋਕਸੀ ਵੋਟਰ ਹੈ ਤਾਂ PV1 ਲਿਖਿਆ ਜਾਏਗਾ, ਜੇਕਰ ਹੋਰ ਪ੍ਰੋਕਸੀ ਵੋਟਰ ਆਉਂਦੇ ਹਨ ਤਾਂ ਉਹ PV2 PV3 ਕਰਕੇ ਇਹਨਾਂ ਦੀ ਐਂਟਰੀ ਕੀਤੀ ਜਾਵੇਗੀ ਜੀ। ਨੈਕਸਟ ਪੁਆਇੰਟ ਆਪਣੇ ਕੋਲ ਹੈ ਜੀ ਨੰਬਰ ਆਫ ਟੈਂਡਰਡ ਵੋਟਸ। ਟੈਂਡਰਡ ਵੋਟਸ ਕੀ ਹੁੰਦੀਆਂ ਹਨ? ਜੇਕਰ ਕੋਈ ਵੋਟਰ ਵੋਟ ਪਾਉਣ ਆਉਂਦਾ ਹੈ ਤਾਂ ਉਸਨੂੰ ਪਤਾ ਲੱਗਦਾ ਹੈ ਕਿ ਉਸ ਦੀ ਵੋਟ ਪਹਿਲਾਂ ਹੀ ਕੋਈ ਪਾ ਕੇ ਜਾ ਚੁੱਕਾ ਹੈ, ਅਤੇ ਇਸ ਕੇਸ ਵਿੱਚ ਜੋ ਪ੍ਰੈਜ਼ਾਈਡਿੰਗ ਆਫਿਸਰ ਹੈ ਉਸ ਦੀ ਆਇਡੈਂਟੀਟੀਜ਼ ਵਗੈਰਾ ਚੈੱਕ ਕਰਦਾ ਹੈ ਸਾਰਾ ਕੁਛ, ਕਿ ਇਹ ਉਹੀ ਪਰਸਨ ਹੈ ਜੋ ਕਿ ਹੁਣ ਦੁਬਾਰਾ ਸਹੀ ਵੋਟ ਆਪਣੀ ਪਾਉਣ ਆਇਆ ਹੈ, ਕਿਉਂਕਿ ਉਸ ਦੀ ਵੋਟ ਪਹਿਲਾਂ ਹੀ ਕੋਈ ਹੋਰ ਪਾ ਕੇ ਜਾ ਚੁੱਕਾ ਹੈ। ਅਤੇ ਇਸ ਕੇਸ ਦੇ ਵਿੱਚ ਉਸ ਨੂੰ EVM 'ਤੇ ਵੋਟ ਪਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ ਹੈ। ਉਸ ਨੂੰ ਪ੍ਰੈਜ਼ਾਈਡਿੰਗ ਆਫਿਸਰ ਇੱਕ ਬੈਲਟ ਪੇਪਰ ਜਾਰੀ ਕਰਦਾ ਹੈ, ਜਿਸ ਨੂੰ ਟੈਂਡਰ ਬੈਲਟ ਪੇਪਰ ਕਿਹਾ ਜਾਂਦਾ ਹੈ, ਅਤੇ ਉਹ ਬੈਲਟ ਪੇਪਰ ਜੋ ਹੈ ਪ੍ਰੈਜ਼ਾਈਡਿੰਗ ਆਫਿਸਰ ਉਸ ਨੂੰ ਲਾਸਟ ਆਖਰੀ ਲੜੀ ਵਾਲਾ ਬੈਲਟ ਪੇਪਰ ਜਾਰੀ ਕਰੇਗਾ, ਅਤੇ ਬੈਲਟ ਪੇਪਰ ਦੇ ਉਸ ਦੇ ਉੱਪਰ ਜਦੋਂ ਵੋਟ ਉਹ ਆਦਮੀ ਆਪਣਾ ਕਾਸਟ ਕਰ ਲਏਗਾ ਤਾਂ ਉਸ ਨੂੰ ਟੈਂਡਰ ਬੈਲਟ ਪੇਪਰ ਵਾਲੇ ਲਿਫਾਫੇ ਵਿੱਚ ਸੀਲ ਕਰੇਗਾ, ਅਤੇ ਇਸ ਦਾ ਜੋ ਇਤਰਾਜ਼ ਹੈ ਉਹ ਪ੍ਰੈਜ਼ਾਈਡਿੰਗ ਆਫਿਸਰ ਫਾਰਮ ਨੰਬਰ 17B ਦੇ ਵਿੱਚ ਜ਼ਰੂਰ ਕਰੇ। ਨੈਕਸਟ ਪੁਆਇੰਟ ਆਪਣਾ ਹੈ ਜੀ ਨੰਬਰ ਆਫ ਇਲੈਕਟਰਸ ਫਰੋਮ ਹੂ ਡੈਕਲੇਰੇਸ਼ਨ ਐਜ਼ ਟੂ ਦੇਅਰ ਏਜ ਓਬਟੇਨਡ ਔਰ ਹੂ ਰਿਫਿਊਜ਼ ਟੂ ਗਿਵ ਸੱਚ ਡੈਕਲੇਰੇਸ਼ਨ। ਇਸ ਤਰ੍ਹਾਂ ਦੇ ਪਰਸਨ ਮੰਨ ਲਓ ਕਿਸੇ ਪ੍ਰੈਜ਼ਾਈਡਿੰਗ ਆਫਿਸਰ ਨੂੰ ਜਾਂ ਕਿਸੇ ਪੋਲਿੰਗ ਆਫਿਸਰ ਨੂੰ ਕਿਸੇ ਦੀ ਏਜ 'ਤੇ ਸ਼ੱਕ ਹੈ ਕਿ ਉਸ ਦੀ ਏਜ 18 ਸਾਲ ਨਹੀਂ ਹੈ ਅਤੇ ਉਹ ਵੋਟ ਪਾਉਣ ਆਇਆ ਹੈ, ਤਾਂ ਇਸ ਕੇਸ ਵਿੱਚ ਉਹਨਾਂ ਕੋਲ ਇੱਕ ਡੈਕਲੇਰੇਸ਼ਨ ਲੈਣੀ ਪੈਂਦੀ ਹੈ ਏਜ ਦੀ। ਬਟ ਅੱਜ ਕੱਲ੍ਹ ਇਸ ਤਰ੍ਹਾਂ ਦੀ ਪ੍ਰੋਬਲਮ ਨਹੀਂ ਆਉਂਦੀ ਹੈ, ਇਸ ਆਪਸ਼ਨ ਦੇ ਵਿੱਚ ਨਿਲ ਹੀ ਭਰਿਆ ਜਾਵੇਗਾ, ਕਿਉਂਕਿ ਅੱਜ ਕੱਲ੍ਹ ਵੋਟਰ ਕਾਰਡ ਉਸੇ ਨੂੰ ਇਸ਼ੂ ਕੀਤਾ ਜਾਂਦਾ ਹੈ ਜਿਸ ਦੀ ਏਜ 18 ਜਾਂ 18 ਤੋਂ ਵੱਧ ਹੋਵੇ, ਇਸ ਲਈ ਇਹਨਾਂ ਦੋਨੋਂ ਹੀ ਆਪਸ਼ਨ ਦੇ ਵਿੱਚ ਨਿਲ ਭਰਿਆ ਜਾਵੇਗਾ ਜੀ। ਨੈਕਸਟ ਪੁਆਇੰਟ ਆਪਣੇ ਕੋਲ ਹੈ ਜੀ whether it was necessary to adjourn the poll and if so the reason for the
सच एडजर्नमेंट। इसका मतलब है कि अगर किसी कारण करके वोटिंग कुछ समय लिए बंद की है तो उसका रीज़न आप लिखना है, उसका कारण लिखना है कि क्यों आप वोटिंग कुछ समय लिए बंद की है, जिमें कि बारिश कारण या तूफान कारण। तो मेरे केस विच इस तरह की कोई घटना नहीं हुई, इसलिए मैं इत्थे नील लिख रहा हाँ। जेकर तुहाडे केस विच कोई इस तरह की घटना होंदी है तो तुसीं इसका वेरवा इस जगह लिखना है जी। नैक्सट पॉइंट अपने को है जी नंबर ऑफ वोट्स कास्ट इन एवरी 2 आवर्स। हर 2 घंटे बाद ਆਪਾਂ जो रिटर्निंग ऑफिसर है उसनों ਕਿੰਨੀਆਂ ਵੋਟਾਂ ਪਈਆਂ ਹਨ ਇਸ ਦੀ ਡਿਟੇਲ ਦੱਸਣੀ ਹੁੰਦੀ ਹੈ। ਟੋਟਲ ਵੋਟਾਂ ਕਿੰਨੀਆਂ ਪਈਆਂ ਹਨ, ਉਹਨਾਂ ਵਿੱਚ ਕਿੰਨੇ ਮੈਨ ਅਤੇ ਕਿੰਨੇ ਮੇਲ ਹਨ ਤੇ ਕਿੰਨੇ ਫੀਮੇਲ ਹਨ, ਉਹ ਆਪਾਂ ਨੂੰ ਸਾਰਾ ਇਸ ਜਗ੍ਹਾ ਲਿਖਣਾ ਪਏਗਾ। ਪਹਿਲਾਂ 7 ਤੋਂ 9 ਵਜੇ ਤੱਕ, ਫਿਰ 9 ਤੋਂ 11, 11 ਤੋਂ 1, 1 ਤੋਂ 3, 3 ਤੋਂ 5 ਤੇ 5 ਤੋਂ 6। ਜਦੋਂ ਤੱਕ ਲਾਸਟ ਤੁਹਾਡੀ ਜੋ ਪੋਲਿੰਗ ਹੈ ਚੱਲ ਰਹੀ ਹੈ ਉਦੋਂ ਤੱਕ ਤੁਸੀਂ ਇਹ अपनी लास्ट तक पोलिंग का टाइम तक अपना लिखना है। टोटल काउंटिंग किन्नी वोट कास्ट हुई हैं, उन्होंने किन्ने मेल हैं तो किन्ने फीमेल हैं। नैक्सट पॉइंट अपने को है जी नंबर ऑफ स्लिप्स इशूड एट द क्लोजिंग आवर ऑफ द पोल टू द इलैक्टर स्टैंडिंग इन द क्यू। मान लो कि पोलिंग का समा अपने को 6 बजे तक सी, बट 6 बजे हजे भी कुछ जो वोटर्स हैं वो हजे खड़े हुए हैं लाइन दे विच। मान लो 10 अपने को वोटर लाइन दे विच खड़े हुए हैं तो आप की करना है, जो 10वां परसन है, 10वां वोटर है, पिछों आप स्टार्ट करना है। जो लास्ट वाला वोटर है उसनों स्लिप नंबर 1 देनी है। इस तरह अगे तो अगे चलते आना है तो जो सब तो पहला नंबर होएगा उसनों आप स्लिप नंबर 10 देनी है। तो गेट बंद कर देना है जी, कोई भी हुण वोटर नूं आपां अंदर अलाउ नहीं करना है, जो मेन गेट है बाहर वाला। तो इस तो बाद लास्ट विच जो बी पॉइंट है टाइम एट विच द पोल फाइनली क्लोज्ड आफ्टर द लास्ट सच इलैक्टर कास्ट हिज और हर वोट। ये जो 10 वोटर रह गए सन जो लाइन विच लगे सन, इन्हों ने लास्ट वोट जो 1 नंबर वाला वोट है वो कदों पा के गया उसका आपां टाइम इस जगह नोट कर लेना है जी। नैक्सट पॉइंट अपने को है जी इलैक्ट्रोल ऑफेंसिस विद डिटेल। जेकर अपने को बूथ ते कोई इलीगल एक्टिविटी हुई है, इन्हां विचों कोई भी जो नीचे लिखियां हैं, तो जेकर एक्टिविटी हुई है तो आप यस लिखना है। जेकर कोई भी इस तरह की एक्टिविटी नहीं हुई है तो आप उसके अगे नील या नो लिख देना है। पहला लिखा है जिस तरह लिखा है नंबर ऑफ केसेस, किन्ने नंबर ऑफ केसेस हुए हैं वो लिख देने हैं। फर्स्ट अपने को ए पॉइंट है जी कन्वैसिंग विद इन 100 मीटर ऑफ द पोलिंग स्टेशन। इसका मतलब है कि कैंडीडेट वालों 100 मीटर के अंदर किसी तरह की कोई घोषणा तो नहीं की जा रही। अगर कोई घोषणा की जा रही है तो यस लिखना है, अगर नहीं की जा रही है तो नील या नो लिख देना है। अगला पॉइंट अपने को है जी इंपरसनेशनस ऑफ वोटर। इंपरसनेशन ऑफ वोटर मतलब किसी तरह वोटरां नूं प्रभावित करने की कोशिश तो नहीं की जा रही है। नैक्सट अपने को पॉइंट है जी फ्रॉडेंट डिफेसिंग, मतलब कोई धोखाधड़ी तो नहीं की जा रही। डिस्ट्रॉइंग और रिमूवल ऑफ लिस्ट ऑफ नोटिस और अदर डॉकूमेंट एट द पोलिंग स्टेशन, ਜਾਂ किसी तरह जो पोलिंग स्टेशन के जो डॉकूमेंट्स हैं दस्तावेज हैं उन्होंने छेड़छाड़ तो नहीं की जा रही, उन्होंने डिस्ट्रॉय तो नहीं किया जा रहा। जे किया जा रहा है तो यस लिखना है, नहीं किया जा रहा तो नील लिख देना है। नैक्सट है जी ब्राइबिंग ऑफ वोटर्स। वोटरां नूं किसी भी तरह की कोई रिश्वत वगैरह तो देने की कोशिश नहीं की जा रही है, अगर की जा रही है तो यस लिखना है, नहीं तो नो लिखना है। नैक्सट है इंटीमिडेशनस ऑफ वोटर्स एंड अदर परसनस। इसका मतलब है कि वोटरां ਜਾਂ ਕਿਸੇ ਹੋਰ इंसानों ਨੂੰ कोई धमकी वगैरह तो नहीं दी जा रही। जे दिक्कत दी जा रही है तो यस लिखना है, अदरवाइज़ नो लिखना है जी। नैक्सट अपने को है जी बूथ कैप्चरिंग। बूथ कैप्चरिंग का मतलब है कि बूथ पर कब्जा कर लेना। जेकर किसी शरारती अंसरां वालों बूथ पर कब्जा कर लिया गया है तो यस लिखना है, अदरवाइज़ नो लिखना है जी। तो मेरे केस में ये सारे ही जो केसिस हैं वो नील हैं, इसलिए सारी जगह आप नील लिख देना है जी। नैक्सट पॉइंट इस तरह है जी वॉज द पोल इंटरप्टड और ऑब्स्ट्रक्टड बाय। जेकर किसी कारण करके वोटिंग रोकी गई है तो उस कारण के अगे यस लिखना है। जेकर वोटिंग नहीं रोकी गई है तो सारे ही जो कारण हैं उन्होंने अगे नो या नील लिख देना है जी। जिस तरह पहला कारण है जी रायोट। रायोट मतलब दंगे, कि दंगियां कारण किते पोल नूं रोकना तो नहीं पिया। दूसरा पॉइंट है जी ओपन वायलेंस, हिंसा के कारण किते आपां नूं जो वोटिंग है वो रोकनी तो नहीं पई। तीसरा पॉइंट है नैचुरल कैलामिटी, यानी कि तूफान या बारिश आदि कारण तो आपां नूं किते वोटिंग रोकनी तो नहीं पई। चौथा पॉइंट है बूथ कैप्चरिंग, किसी ने बूथ पर कब्जा तो नहीं कर लिया, उसके अकॉर्डिंग आपां नूं
किते कुछ समय ਲਈ जो वोटिंग है रोकनी तो नहीं पई। फेलियर ऑफ वोटिंग मशीन, किसी तरह कोई वोटिंग मशीन विच खराबी तो नहीं आई जिस कारण आपां नूं वोटिंग रोकनी पई होवे, जां एनी अदर कॉज, कोई भी कारण है। जेकर कोई कारण नहीं है तो आपां नो या नील लिख देना है, अगर कोई कारण है तो उसके अगे यस लिख देना है जी। नीचे अपने को है प्लीज़ गिव डिटेल ऑफ द अबव, इन्हां दी डिटेल लिख देनी है जेकर किसी कारण आपां नूं जो वोटिंग है रोकनी पई तां। नैक्सट पॉइंट अपने को इस तरह है जी, वॉज द पोल विटिएटेड बाय एनी अदर वोटिंग मशीन यूज्ड एट द पोलिंग स्टेशन हैविंग बीन, कि अगर वोटिंग मशीन के नाल कोई छेड़छानी करके किसी भी तरह जो पोलिंग है उसनों रोकने की कोशिश की गई होवे। पहला पॉइंट अपने को है जी, अनलॉफुली टेकन आउट ऑफ द कस्टडी ऑफ द प्रिजाइडिंग ऑफिसर, कि जेकर प्रिजाइडिंग ऑफिसर तो मशीन नूं खो लिया गया होवे, अगर अजिहा है तो यस लिखना है, अदरवाइज इत्थे नो जां निल लिख देना है जी। नैक्सट अपने को है जी, एक्सीडेंटली और इंटेंशनली लॉस्ट और डिस्ट्रॉयड, अगर जान के ਜਾਂ ਜਾਣਬੁੱਝ के जो वोटिंग मशीन है उसनों खराब किया गया ਜਾਂ उसनों गवा दिता गया ਜਾਂ तोड़ दिता गया, डिस्ट्रॉय किया गया, इस केस विच अगर इस तरह है तो यस लिखना है, अदरवाइज नो लिखना है जी। तीसरा अपने को है डैमेज्ड और टैंपर्ड विद, अगर वोटिंग मशीन खराब कर दी गई है, उस दे नाल कोई छेड़खानी की गई है तो इस दे केस विच यस लिखना है, अदरवाइज नो लिखना है। मेरे पोलिंग स्टेशन पर इस तरह की कोई घटना नहीं हुई, इसलिए आप सर्व जगह पर निल लिखना है जी। नैक्सट पॉइंट अपने को है जी, सीरीयस कंप्लेंट्स इफ एनी मेड बाय द कैंडीडेट और एजेंट, अगर कैंडीडेट ਜਾਂ कोई पोलिंग एजेंट द्वारा कोई सीरीयस कंप्लेंट की जाती है दूसरे एजेंट ਜਾਂ कैंडीडेट बारे, तो उस बारे इत्थे मैंशन करना है, अदरवाइज इत्थे आपां निल लिख देना है। मेरे केस विच इस तरह की कोई कंप्लेंट सामने नहीं आई, इसलिए इस जगह आपां निल लिखना है जी। नैक्सट पॉइंट अपने को है जी, नंबर ऑफ केसेस ऑफ ब्रीच ऑफ लॉ एंड ऑर्डर, ਆਪਾਂ इस तरह के केसेस लिखने हैं, किन्ने केस हैं, अगर किसी शरारती अनसर वालों लॉ एंड ऑर्डर कानून नूं अपने हत्थां विच लिया जाता है, तो आपां लिखना है किन्ने केस इदां दे होए हैं, उत्थे यस लिखना है तो केसेस की गिनती लिख देनी है, अदरवाइज आपां इत्थे अगर इस तरह का कोई केस नहीं होया तो आपां नो या निल लिखना है। मेरे केस विच इस तरह का कोई केस नहीं आया, इसलिए आपां इस जगह निल लिखांगे। नैक्सट पॉइंट अपने को है जी, रिपोर्ट ऑफ मिसटेक्स एंड इररेगुलरिटीज़ कमिटेड इफ एनी एट द पोलिंग स्टेशन, अगर पोलिंग टीम वालों गलती नाल कोई साइन करवाने रह गए हैं जो कि कंट्रोल यूनिट दियां सीलां बंद करन दे बाद याद आया है कि साइन करवाने सन, तो उस केस विच इस पॉइंट दे विच उसनूं आपां मैंशन करना है, यस लिख के किहड़ी अपने को मिसटेक हुई है वो आपां मैंशन कर देनी है, अगर कोई मिसटेक नहीं हुई तो आपां इत्थे निल फिल कर देना है जी। नैक्सट पॉइंट अपने को है जी, वैदर द डैक्लरेशन हैज़ बीन मेड बिफोर द कमेंसमेंट ऑफ द पोल एंड इट नेसेसरी ड्यूरिंग द कोर्स ऑफ पोल वैन अ न्यू वोटिंग मशीन इज यूज्ड एंड एट द एंड ऑफ द पोल एज नेसेसरी। इस पॉइंट के विच आपां नूं कहा गया है कि जो प्रिजाइडिंग ऑफिसर है उस वालों समय समय ते डैक्लरेशन दिते जाने हुंदे हन, जिवें कि पोल दे शुरू होण ते, जेकर विचकार जेकर वोटिंग मशीन किते खराब हो जाए तो नवीं वोटिंग मशीन लगाउण समय ਜਾਂ पोल दे जदों खत्म होना है तो उस समय, कि ये सारे डैक्लरेशन PR वालों समय समय ते दिते गए हैं ਜਾਂ नहीं, जेकर दिते गए हैं तो यस लिखने हैं, अदरवाइज इत्थे नो ਜਾਂ निल लिखना है। मेरे वालों ये सारे ही डैक्लरेशन टाइम टू टाइम दिते गए हैं, इसलिए आपां इस जगह यस लिखना है जी। नैक्सट आपां हुण डेट लिख देनी है, डेट नूं फॉर्मेट लिखना है, पहला डे फिर मंथ फिर ईयर, फिर आपां प्लेस लिख देनी है। प्लेस की जगह तो आपां जिस पोलिंग स्टेशन के विच वोटिंग हो रही है वो पोलिंग स्टेशन का नंबर तो नाम लिख देना है। नैक्सट अपने को आ जाएगा सिग्नेचर ऑफ द प्रिजाइडिंग ऑफिसर, इस जगह प्रिजाइडिंग ऑफिसर ने सारा फॉर्म फिल करके इस जगह साइन कर देने हैं, तो नाल ही इस जगह जो डिस्टिंग्विश मार्क वाली जो मोहर है वो लगा देनी है। होप के सारे ही साथियों को पता लग गया होगा कि PRO डायरी किस तरह भरनी है। जेकर वीडियो तुहानूं अच्छी लगी है तो इस वीडियो को लाइक और शेयर जरूर कर देना, मेरे चैनल को सबसक्राइब कर देना, तो बैल आइकन भी जरूर प्रेस कर देना, तो जो मेरी नैक्सट वीडियो की नोटिफिकेशन तुहानूं मिल सके। धन्यवाद।